गुड मॉर्निंग स्टूडेंट्स। ਅੱਜ ਮੈਂ ਬਲਦੇਵ ਸਿੰਘਲਾ ਐਸਐਸ ਮਾਸਟਰ ਐਸਪੀਐਸ ਕਲਾਸਿਸ ਆਨਲਾਈਨ ਕਲਾਸਿਸ ਰਾਹੀਂ ਰਾਜਨੀਤੀ ਸ਼ਾਸਤਰ ਜਮਾਤ 12ਵੀਂ ਦਾ ਵਿਸ਼ਾ ਪਾਠ ਲੋਕਮਤ ਦਾ ਪਹਿਲਾ ਭਾਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਹਾਂ। ਬੇਟਾ ਅੱਜ ਅਸੀਂ ਰਾਜਨੀਤੀ ਸ਼ਾਸਤਰ ਦੇ ਵਿੱਚ ਤੁਹਾਡਾ ਜਿਹੜਾ ਅਗਲਾ ਅਧਿਆਇ ਹੈ ਉਹ ਲੋਕਮਤ ਦਾ ਹੈ, ਪਬਲਿਕ ਓਪੀਨੀਅਨ। ਲੋਕਮਤ ਤੋਂ ਸਾਨੂੰ ਸਪਸ਼ਟ ਹੋ ਜਾਂਦਾ ਹੈ, ਇਹਦੇ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਲੋਕਾਂ ਦਾ ਮਤ, ਭਾਵ ਸਰਬਸੰਮਤੀ ਨਹੀਂ, ਲੋਕਾਂ ਦਾ ਇੱਕ ਉਹ ਮਤ ਜਿਹਦੇ ਵਿੱਚ ਲੋਕਤੰਤਰ ਸਫਲਤਾਪੂਰਨ ਫਲਦਾ ਫੁੱਲਦਾ ਹੈ। ਲੋਕਤੰਤਰ ਦੀ ਸਫਲਤਾ ਲਈ ਲੋਕਮਤ ਦਾ ਹੋਣਾ ਬਹੁਤ ਜ਼ਰੂਰੀ ਹੈ। ਲੋਕਮਤ ਇਹ ਕਹਿ ਲਈਏ ਕਿ ਲੋਕਤੰਤਰ ਵਿੱਚ ਲੋਕਮਤ ਪੂਰੀ ਵਧੀਆ ਤਰੀਕੇ ਦੇ ਨਾਲ ਫਲਦਾ ਫੁੱਲਦਾ ਹੈ ਅਤੇ ਲੋਕਮਤ ਦੀ ਪੂਰੀ ਚਰਚਾ ਹੁੰਦੀ ਹੈ। ਲੋਕਤੰਤਰ ਸਰਕਾਰ ਲੋਕਮਤ ਤੋਂ ਬਗੈਰ ਬਿਲਕੁਲ ਅਧੂਰੀ ਜਾਪਦੀ ਹੈ। ਲੋਕਮਤ ਬਾਰੇ ਵੱਖ-ਵੱਖ ਅਰਥ ਅਤੇ ਪਰਿਭਾਸ਼ਾਵਾਂ ਸਾਨੂੰ ਮਿਲਦੀਆਂ ਨੇ। ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ, ਲੋਕਮਤ ਇੱਕ ਅਜਿਹੀ ਧਾਰਨਾ ਹੈ ਜਿਸ ਬਾਰੇ ਲੋਕ ਇੱਕ ਮਤ ਨਹੀਂ ਹੁੰਦੇ। ਕੁਝ ਲੋਕ ਲੋਕਮਤ ਨੂੰ ਸਾਰੇ ਲੋਕਾਂ ਦਾ ਮਤ ਮੰਨਦੇ ਹਨ, ਪਰੰਤੂ ਇੱਕ ਹੀ ਵਿਸ਼ੇ 'ਤੇ ਰਾਜ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕ ਮਤ ਕਦੇ ਵੀ ਨਹੀਂ ਹੋ ਸਕਦੇ, ਕਿਉਂਕਿ ਹਰ ਵਿਅਕਤੀ ਹਰ ਸਮੱਸਿਆ ਨੂੰ ਆਪਣੇ ਹੀ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ। ਲੋਕਮਤ ਬਹੁਮਤ ਦਾ ਮਤ ਵੀ ਨਹੀਂ ਹੈ, ਕਿਉਂਕਿ ਆਮ ਤੌਰ 'ਤੇ ਬਹੁਮਤ ਦੇ ਮਤ ਵਿੱਚ ਬਹੁਮਤ ਦਾ ਸਵਾਰਥ ਛੁਪਿਆ ਹੁੰਦਾ ਹੈ। ਇਸ ਸੀ ਬੇਟਾ ਸਾਡਾ ਅਰਥ। ਤਾਂ ਹੁਣ ਸਾਡੀਆਂ ਕੁਝ ਪਰਿਭਾਸ਼ਾਵਾਂ, ਜਿਨ੍ਹਾਂ ਵਿੱਚ ਡਾਕਟਰ ਬੇਨੀ ਪ੍ਰਸਾਦ ਕਹਿੰਦੇ ਨੇ, ਕੋਈ ਵੀ ਮਤ ਕੇਵਲ ਉਸ ਵੇਲੇ ਹੀ ਸਹੀ ਰੂਪ ਵਿੱਚ ਲੋਕਮਤ ਬਣਦਾ ਹੈ ਜਿਸ ਵੇਲੇ ਉਹ ਸਾਰੇ ਸਮਾਜ ਦੇ ਭਲੇ ਦੀ ਭਾਵਨਾਵਾਂ ਤੋਂ ਪ੍ਰੇਰਿਤ ਹੋਵੇ। ਮਤਲਬ ਭਲੇ ਦੀ ਭਾਵਨਾ, ਲੋਕ ਸਮਾਜ ਦੀ ਭਾਵਨਾਵਾਂ ਹੋਣੀ ਲਾਜ਼ਮੀ ਹੈ। ਦੂਸਰਾ, ਲਾਰਡ ਬਰਾਈਸ ਕਹਿੰਦੇ ਨੇ, ਸਾਰੇ ਸਮਾਜ ਵਿੱਚ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ਅਤੇ ਮਨੁੱਖਾਂ ਦੇ ਸਾਂਝੇ ਮਤ ਨੂੰ ਲੋਕਮਤ ਕਿਹਾ ਜਾਂਦਾ ਹੈ। ਅਗਲਾ, ਕੈਰੋਲ ਜਿਹੜੇ ਦਾਰਸ਼ਨਿਕ ਨੇ, ਉਹਨਾਂ ਨੇ ਕਹਿੰਦਾ ਹੈ, ਉਹ ਕਹਿੰਦੇ ਨੇ ਆਮ ਬੋਲਚਾਲ ਵਿੱਚ ਆਮ ਜਨਤਾ ਦੇ ਰਲੇ ਮਿਲੇ ਪ੍ਰਤੀਕਰਮ ਨੂੰ ਲੋਕਮਤ ਕਿਹਾ ਜਾਂਦਾ ਹੈ। ਬੱਚਿਓ, ਅਕਸਰ 1 ਨੰਬਰ ਦਾ ਸਵਾਲ ਆਉਂਦਾ ਹੈ ਕਿ ਲੋਕਮਤ ਦੀ ਕੋਈ ਇੱਕ ਪਰਿਭਾਸ਼ਾ ਲਿਖੋ, ਜਾਂ ਲੋਕਮਤ ਤੁਹਾਡੇ ਸ਼ਬਦਾਂ ਵਿੱਚ ਕੀ ਹੈ। ਤਾਂ ਤੁਸੀਂ ਬੱਚਿਓ ਇਹ ਇੱਕ ਪਰਿਭਾਸ਼ਾ, ਇਹ 3 ਪਰਿਭਾਸ਼ਾਵਾਂ ਦਿਖਾਈਆਂ ਗਈਆਂ ਨੇ, ਇਹਨਾਂ ਦੀ ਇੱਕ ਪਰਿਭਾਸ਼ਾ ਤੁਸੀਂ ਘੱਟੋ ਘੱਟ ਜ਼ਰੂਰ ਯਾਦ ਕਰ ਲੈਣੀ ਹੈ। ਜਿਵੇਂ ਡਾਕਟਰ ਬੇਨੀ ਪ੍ਰਸਾਦ ਜੀ ਦੀ ਹੈ, ਡਾਕਟਰ ਲਾਰਡ ਬਰਾਈਸ ਦੀ ਹੈ, ਕੈਰੋਲ ਦੀ ਹੈ, ਹੋਰ ਬਹੁਤ ਸਾਰੀਆਂ ਪਰਿਭਾਸ਼ਾਵਾਂ ਨੇ, ਪਰ ਮੈਂ ਤੁਹਾਨੂੰ ਸੌਖੀਆਂ ਬਿਲਕੁਲ ਮਿਲਦੀਆਂ ਜੁਲਦੀਆਂ ਪਰਿਭਾਸ਼ਾਵਾਂ ਤੁਹਾਡੇ ਕੋਲ ਲੈ ਕੇ ਆਇਆ ਹਾਂ। ਹੁਣ ਕੀ ਹੈ ਲੋਕਮਤ? ਲੋਕਮਤ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ, ਇਹਦੇ ਕੀ ਲੱਛਣ ਨੇ, ਕੀ ਵਿਸ਼ੇਸ਼ਤਾਵਾਂ ਨੇ ਲੋਕਮਤ ਵਿੱਚ, ਕੀ ਹੋਣਾ ਚਾਹੀਦਾ ਹੈ, ਅਸੀਂ ਇਹਦੀ ਚਰਚਾ ਕਰਦੇ ਹਾਂ। ਵਿਆਪਕ ਰਜਾਮੰਦੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ। ਮਤਲਬ ਲੋਕਮਤ ਵਿੱਚ ਆਮ ਸਹਿਮਤੀ ਹੋਣੀ ਚਾਹੀਦੀ ਹੈ। ਆਮ ਸਹਿਮਤੀ ਤੋਂ ਭਾਵ ਕਿ ਸਾਰੇ ਲੋਕ ਉਸ ਗੱਲ ਲਈ ਸਹਿਮਤ ਹੋਣ, ਮੰਨਣ ਵੀ ਹਾਂ ਇਹ ਠੀਕ ਹੈ, ਸਾਨੂੰ ਇਹ ਜਿਹੜਾ ਸੁਝਾਅ ਹੈ ਇਹ ਸਾਰਿਆਂ ਲਈ ਮੰਨਣਯੋਗ ਹੈ। ਦੂਜਾ, ਲੋਕਮਤ ਤਰਕਪੂਰਨ ਹੈ। ਲੋਕਮਤ ਦਾ ਤਰਕਪੂਰਨ ਅਤੇ ਵਿਵੇਕਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਲੋਕਮਤ ਆਮ ਲੋਕ ਨੇ ਜਿਹੜੇ, ਉਹ ਕੇਵਲ ਇਸ ਕਰਕੇ ਸਵੀਕਾਰ ਨਹੀਂ ਕਰਦੇ ਕਿ ਬਹੁਤਿਆਂ ਦਾ ਮਤ ਹੈ, ਸਗੋਂ ਇਸ ਕਰਕੇ ਸਵੀਕਾਰ ਕਰਦੇ ਨੇ ਕਿ ਉਸ ਵਿੱਚ ਤਰਕ ਹੈ, ਵਿਵੇਕ ਹੈ, ਦਲੀਲ ਦੇ ਆਧਾਰਿਤ ਹੈ। ਇਹ ਲੋਕਮਤ ਦੀ ਪਰਖ ਵਿੱਚ ਇਹ ਤੱਤ ਹੋਣਾ ਵੀ ਜ਼ਰੂਰੀ ਹੈ। ਅਗਲਾ ਹੈਗਾ ਲੋਕਮਤ ਨੈਤਿਕ ਕਦਰਾਂ ਕੀਮਤਾਂ ਦੇ ਅਨੁਸਾਰ। ਜਿਹੜਾ ਲੋਕਮਤ ਹੈ ਬੇਟਾ, ਇਹ ਇਹਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੀਆਂ ਨੈਤਿਕ ਕਦਰਾਂ ਕੀਮਤਾਂ ਸਾਡੇ ਸਮਾਜ ਨਾਲ ਮੇਲ ਖਾਂਦੀਆਂ ਹੋਣ ਤਾਂ ਹੀ ਲੋਕਮਤ ਪ੍ਰਮਾਣਿਤ ਹੋਵੇਗਾ। ਲੋਕਮਤ ਦਾ ਜਿਹੜਾ ਖੇਤਰ ਹੈ, ਅਗਲਾ ਪੁਆਇੰਟ ਹੈ, ਵਿਸ਼ਾਲ ਖੇਤਰ ਹੈ। ਇਹਦਾ ਲੋਕਮਤ ਵਿਸ਼ਾਲ ਇਸ ਕਰਕੇ ਹੈ, ਇਹ ਕੇਵਲ ਰਾਜਨੀਤਿਕ ਵਿਚਾਰ ਨਹੀਂ, ਸਾਡੇ ਸੱਭਿਆਚਾਰ ਦੇ ਵਿਚਾਰ ਵੀ ਹਨ, ਸਾਡੇ ਧਰਮ ਨਾਲ ਸੰਬੰਧਿਤ ਵੀ ਹੋ ਸਕਦੇ ਹਨ, ਜਾਤ ਨਾਲ ਸੰਬੰਧਿਤ ਵੀ ਹੋ ਸਕਦੇ ਹਨ, ਸਾਡੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਵੀ ਹਨ। ਅਸੀਂ ਕਿਸੇ ਵੀ ਵਿਸ਼ੇ ਦੇ ਉੱਤੇ ਲੋਕਮਤ ਰੋਕ ਰਹੇ
ਆਪਣੀ ਦੇ ਸਕਦੇ ਹਾਂ। ਤਾਂ ਲੋਕ ਮਤ ਦਾ ਜਿਹੜਾ ਖੇਤਰ ਹੈ ਇਹ ਬਹੁਤ ਵਿਸ਼ਾਲ ਹੈ, ਇਹ ਸੰਕੀਰਨ ਨਹੀਂ ਹੈਗਾ। ਲੋਕ ਮਤ ਫਿਰ ਹੀ ਕਾਮਯਾਬ ਹੋਵੇਗਾ ਜੇ ਉਹਦਾ ਖੇਤਰ ਵਿਸ਼ਾਲ ਹੋਵੇਗਾ। ਅਗਲਾ ਪੁਆਇੰਟ ਹੈ ਬੇਟਾ ਲੋਕ ਮਤ ਆਮ ਭਲਾਈ ਲਈ। ਦੇਖੋ ਲੋਕ ਮਤ ਫਿਰ ਹੀ ਹੈ ਜੇ ਲੋਕਾਂ ਦਾ ਜਨ ਕਲਿਆਣ ਹੋਵੇ। ਡਾਕਟਰ ਬੇਨੀ ਪ੍ਰਸਾਦ ਜੀ ਨੇ ਅਤੇ ਡਾਕਟਰ ਕਰੋਲ ਜੀ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਪਰਿਭਾਸ਼ਾਵਾਂ 'ਚ ਪੜ੍ਹ ਚੁੱਕੇ ਹਾਂ ਕਿ ਲੋਕ ਮਤ ਉਹੀ ਅਖਵਾਵੇਗਾ ਜਿਸ ਵਿੱਚ ਲੋਕਾਂ ਦੀ ਭਲਾਈ ਹੋਵੇ। ਇਹ ਨਹੀਂ ਕਿ ਸਾਰਿਆਂ ਦਾ ਇੱਕ ਮਤ ਬਣ ਗਿਆ, ਲੋਕਾਂ ਦੀ ਭਲਾਈ ਵੀ ਉਹਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਲੋਕ ਮਤ ਸਕਾਰਾਤਮਕ ਰੂਪ ਹੋਣਾ ਚਾਹੀਦਾ, ਭਾਵ ਪੋਜ਼ੀਟਿਵਿਟੀ ਹੋਣੀ ਚਾਹੀਦੀ ਹੈ। ਲੋਕ ਮਤ ਦਾ ਜਿਹੜਾ ਉਦੇਸ਼ ਹੈ ਉਹ ਕਦੇ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ, ਸਗੋਂ ਉਸ ਦਾ ਉਦੇਸ਼ ਸਦਾ ਹੀ ਜਨ ਕਲਿਆਣ ਵਾਲਾ ਹੋਣਾ ਚਾਹੀਦਾ ਹੈ। ਜਨਤਕ ਭਲਾਈ ਨੂੰ ਮੁੱਖ ਰੱਖ ਕੇ ਹੀ ਉਸਾਰੀ ਕੀਤੀ ਜਾਂਦੀ ਹੈ। ਜੇਕਰ ਲੋਕ ਮਤ ਕਿਸੇ ਵਿਸ਼ੇਸ਼ ਵਰਗ, ਜਾਤੀ ਵਰਗ ਜਾਂ ਧਰਮ ਆਦਿ ਦੇ ਹਿੱਤਾਂ ਦੇ ਵਿਰੁੱਧ ਹੈ ਤਾਂ ਉਹ ਵਰਗ, ਜਾਤ ਜਾਂ ਧਰਮ ਆਦਿ ਨਾਲ ਸੰਬੰਧ ਰੱਖਣ ਵਾਲੇ ਲੋਕ ਮਤ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਇਸ ਗੱਲ ਦਾ ਬੇਟਾ ਧਿਆਨ ਰੱਖਣਾ ਹੈ ਕਿ ਲੋਕ ਮਤ ਹਮੇਸ਼ਾ ਪੋਜ਼ੀਟਿਵ ਹੋਣਾ ਚਾਹੀਦਾ ਹੈ। ਲੋਕ ਮਤ ਦਾ ਮੁੱਖ ਸਕਾਰਾਤਮਕ ਹੋਵੇ, ਲੋਕਾਂ ਦੀ ਭਲਾਈ ਲਈ ਹੋਵੇ। ਇਹ ਉਹਦਾ ਇੱਕ ਹੋਰ ਲੱਛਣ ਹੈ। ਪੁਆਇੰਟ ਹੈ ਬੇਟਾ ਲੋਕਤੰਤਰ ਵਿੱਚ ਲੋਕ ਹੀ ਲੋਕ ਮਤ ਦਾ ਵਿਸਥਾਰ ਕਰਦੇ ਨੇ। ਇਹ ਬਿਲਕੁਲ ਸੱਚ ਹੈ ਕਿ ਲੋਕ ਇੱਕ ਸਹਿਮਤੀ ਤਿਆਰ ਕਰਦੇ ਨੇ, ਵਿਕਾਸ ਦੀ ਭਾਵਨਾ ਲੈ ਕੇ ਆਉਂਦੇ ਨੇ, ਇੱਕ ਵਿਚਾਰ ਲੈ ਕੇ ਵਿਕਾਸ ਕਰਦੇ ਨੇ। ਤਾਂ ਵਿਕਾਸ ਦੇ ਨਾਲ ਹੀ ਲੋਕਤੰਤਰ ਵੱਧਦਾ ਫੁੱਲਦਾ ਹੈ। ਜਦੋਂ ਲੋਕਾਂ ਦਾ ਮਤ ਲੋਕਤੰਤਰ ਵਿੱਚ ਸ਼ਾਮਲ ਹੁੰਦਾ ਹੈ ਤਾਂ ਸਰਕਾਰ ਨੂੰ ਨੁਮਾਇੰਦਗੀ ਕਰਨੀ ਵੀ ਸੌਖੀ ਹੁੰਦੀ ਹੈ। ਬੱਚਿਓ ਪ੍ਰਸ਼ਨ ਆਉਂਦਾ ਹੈ ਕਿ ਲੋਕ ਮਤ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਤਾਂ ਅਸੀਂ ਇੱਕ ਵਾਰ ਫਿਰ ਪੜ੍ਹਦੇ ਹਾਂ। ਪਹਿਲਾ ਤਾਂ ਹੈ ਵਿਆਪਕ ਰਜਾਮੰਦੀ, ਫਿਰ ਲੋਕ ਮਤ ਤਰਕਪੂਰਨ ਹੋਣਾ ਚਾਹੀਦਾ ਹੈ, ਲੋਕ ਮਤ ਨੈਤਿਕ ਕਦਰਾਂ ਕੀਮਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ, ਲੋਕ ਮਤ ਦਾ ਖੇਤਰ ਬਹੁਤ ਵਿਸ਼ਾਲ ਹੈ, ਕਿਸੇ ਇੱਕ ਰਾਜਨੀਤਿਕ ਵਿਸ਼ੇ 'ਤੇ ਨਹੀਂ ਹੋਣਾ ਚਾਹੀਦਾ ਜਾਂ ਕਿਸੇ ਹੋਰ ਇੱਕ ਵਿਸ਼ੇ 'ਤੇ। ਅਗਲਾ ਹੈਗਾ ਲੋਕ ਮਤ ਆਮ ਭਲਾਈ ਸ਼ਾਮਲ ਹੋਣੀ ਚਾਹੀਦੀ ਹੈ। ਜੋ ਲੋਕ ਓਪੀਨੀਅਨ ਦਿੰਦੇ ਨੇ ਉਹਦੇ ਵਿੱਚ ਆਮ ਲੋਕਾਂ ਦੀ ਭਲਾਈ ਸਭ ਤੋਂ ਮੇਨ ਗੱਲ ਹੈ, ਉਹ ਸ਼ਾਮਲ ਹੋਵੇ। ਹਮੇਸ਼ਾ ਲੋਕ ਮਤ ਸਕਾਰਾਤਮਕ ਹੋਵੇ, ਪੋਜ਼ੀਟਿਵਿਟੀ ਹੋਣੀ ਚਾਹੀਦੀ ਹੈ, ਕਿਸੇ ਦੀ ਆਲੋਚਨਾ ਜਾਂ ਨੈਗੇਟਿਵਿਟੀ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਅਤੇ ਲੋਕਤੰਤਰ ਵਿੱਚ ਹੀ ਲੋਕਾਂ ਦੇ ਮਤ ਦਾ ਵਿਸਥਾਰ ਹੁੰਦਾ ਹੈ। ਜੇ ਲੋਕਤੰਤਰ ਦੀ ਸਰਕਾਰ ਹੈ ਤਾਂ ਲੋਕਾਂ ਨੂੰ ਗੱਲ ਕਹਿਣ ਦਾ ਅਧਿਕਾਰ ਹੈ, ਤਾਂ ਹੀ ਲੋਕ ਮਤ ਦਾ ਵਿਸਥਾਰ ਹੁੰਦਾ ਹੈ। ਲੋ ਬੱਚਿਓ ਅਸੀਂ ਇਹ ਕਰ ਚੁੱਕੇ ਹਾਂ ਵਿਸ਼ੇਸ਼ਤਾਵਾਂ ਜਾਂ ਲੱਛਣ ਕਹਿ ਲਈਏ। ਤਾਂ ਹੁਣ ਅਸੀਂ ਅੱਗੇ ਕਰਾਂਗੇ ਲੋਕਤੰਤਰ ਵਿੱਚ ਲੋਕ ਮਤ ਦੀ ਕੀ ਭੂਮਿਕਾ ਹੈ। ਇਹ ਅਸੀਂ ਪਿੱਛੇ ਵਿਸ਼ੇਸ਼ਤਾਵਾਂ ਲੱਛਣ ਵਿੱਚ ਦੱਸ ਹੀ ਚੁੱਕੇ ਹਾਂ ਕਿ ਲੋਕਤੰਤਰ ਦੇ ਵਿੱਚ ਹੀ ਲੋਕ ਮਤ ਬਹੁਤ ਵਿਸਥਾਰ ਕਰਦਾ ਹੈ। ਤਾਂ ਹੁਣ ਇਹਦੀ ਭੂਮਿਕਾ ਤਾਂ ਬਹੁਤ ਅਹਿਮ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਲੋਕ ਮਤ ਦੀ ਮਹੱਤਤਾ ਕੇਵਲ ਲੋਕਤੰਤਰੀ ਸਰਕਾਰ ਵਿੱਚ ਹੀ ਨਹੀਂ, ਸਗੋਂ ਨਿਰਕੁੰਸ਼ ਜਾਂ ਤਾਨਾਸ਼ਾਹ ਵੀ ਲੋਕ ਮਤ ਨੂੰ ਮੂੰਹ ਨਹੀਂ ਮੋੜ ਸਕਦੇ। ਬਿਲਕੁਲ ਬੇਟਾ, ਸਾਡੇ ਜਿਹੜੇ ਸ਼ਾਸਕ ਨੇ ਉਹ ਲੋਕਾਂ ਦੀ ਸਲਾਹ ਜਾਂ ਲੋਕਾਂ ਦੇ ਅਨੁਸਾਰ ਕੰਮ ਕੀਤੇ ਬਗੈਰ ਸ਼ਾਸਨ ਨਹੀਂ ਕਰ ਸਕਦੇ। ਅਸੀਂ ਲੋਕਾਂ 'ਤੇ ਕੋਈ ਤਾਨਾਸ਼ਾਹੀ ਤਰੀਕੇ ਦੇ ਨਾਲ ਜਬਰ ਜਨਾਹ ਜਾਂ ਜ਼ਬਰਦਸਤੀ ਨਹੀਂ ਕਰ ਸਕਦੇ। ਤਾਂ ਹੁਣ ਇਹ ਤੋਂ ਸਪਸ਼ਟ ਹੈ ਕਿ ਲੋਕ ਤਾਂ ਬਹੁਤ ਸਾਰੇ ਤੱਤ ਨੇ, ਬਹੁਤ ਮਹੱਤਤਾ ਇਹਦੀ। ਅਸੀਂ ਕਿਹੜੇ ਮੇਨ ਪੁਆਇੰਟ ਕਰਾਂਗੇ, 7-8 ਪੁਆਇੰਟ ਮੈਂ ਤੁਹਾਨੂੰ ਕਰਾਊਂਗਾ ਕਿ ਲੋਕਤੰਤਰ ਵਿੱਚ ਲੋਕ ਮਤ ਦੀ ਕੀ ਭੂਮਿਕਾ ਹੈ। ਇਹਨਾਂ ਵਿੱਚ ਸਭ ਤੋਂ ਪਹਿਲਾਂ ਲੋਕ ਮਤ ਸਰਕਾਰ ਦਾ ਆਧਾਰ ਹੁੰਦਾ ਹੈ। ਬਿਲਕੁਲ ਪਹਿਲਾ ਪੁਆਇੰਟ ਤੋਂ ਹੀ ਸਪਸ਼ਟ ਹੈ ਬੇਟਾ ਕਿ ਜਦੋਂ ਲੋਕਤੰਤਰ ਦੀ ਸਰਕਾਰ ਚੁਣੀ ਜਾਂਦੀ ਹੈ ਉਹ ਲੋਕਾਂ ਦੀਆਂ ਵੋਟਾਂ ਨਾਲ ਚੁਣੀ ਜਾਂਦੀ ਹੈ। ਲੋਕ ਆਪਣਾ ਮਤ ਦਿੰਦੇ ਨੇ ਅਤੇ ਉਹ ਮਤ ਦੇ ਆਧਾਰ 'ਤੇ ਸਰਕਾਰ ਚੁਣੀ। ਤਾਂ ਲੋਕ ਜਿਹੜੀਆਂ ਨੀਤੀਆਂ ਦੇ ਆਧਾਰ 'ਤੇ ਉਹ ਸਰਕਾਰ ਨੂੰ ਮਤ ਦਿੰਦੇ ਨੇ, ਤਾਂ ਲੋਕਾਂ ਦੀਆਂ ਉਹ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਵਚਨਬੱਧ ਹੁੰਦੀ ਹੈ। ਤਾਂ ਇਹ ਫਾਊਂਡੇਸ਼ਨ ਹੈ ਸਰਕਾਰ ਦੀ, ਇਹ ਮੁੱਖ ਆਧਾਰ ਹੈ ਲੋਕਤੰਤਰੀ ਸਰਕਾਰ ਦਾ ਲੋਕ ਮਤ, ਲੋਕਾਂ ਦੀ ਰਾਏ। ਜੇ ਸਰਕਾਰ ਲੋਕਾਂ ਦੀ ਖਿਆਲ ਨਹੀਂ ਰੱਖੇਗੀ ਤਾਂ ਲੋਕ ਮਤ ਉਹਦੇ ਉਲਟ ਹੋ ਜਾਵੇਗਾ, ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸ਼ਾਸਨ ਨਹੀਂ ਕਰ ਸਕਦੀ। ਇਸ ਕਰਕੇ ਅਸੀਂ ਕਹਾਂਗੇ ਕਿ ਸਰਕਾਰ ਲੋਕ ਮਤ ਜਿਹੜੀ ਲੋਕਤੰਤਰੀ ਸਰਕਾਰ ਹੈ, ਲੋਕ ਮਤ ਉਸਦਾ ਪੂਰਾ ਆਧਾਰ ਹੈ। ਅਗਲਾ ਪੁਆਇੰਟ ਹੈ ਬੇਟਾ ਸਰਕਾਰ 'ਤੇ ਕੰਟਰੋਲ।
ਲੋਕ ਮਤ ਸਰਕਾਰ 'ਤੇ ਕੰਟਰੋਲ ਰੱਖਦੀ ਹੈ। ਲੋਕਾਂ ਦੀ ਰਾਏ ਹੈ ਜਿਹੜੀ ਉਹ ਸਰਕਾਰ ਨੂੰ ਬੰਨ੍ਹ ਕੇ ਰੱਖਦੀ ਹੈ, ਕੰਟਰੋਲ ਕਰਦੀ ਹੈ, ਉਹਨੂੰ ਤਾਨਾਸ਼ਾਹ ਨਹੀਂ ਹੋਣ ਦਿੰਦੀ, ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿੰਦੀ, ਸਰਕਾਰ ਨੂੰ ਹਰ ਵੇਲੇ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਤਾਂ ਸਰਕਾਰ ਆ ਜਿਹੜਾ ਸ਼ਾਸਕ ਹੈ ਉਹਨੂੰ ਖਿਆਲ ਰੱਖਦਾ ਹੈ ਕਿ ਮੇਰੇ ਖਿਲਾਫ ਲੋਕ ਨਾ ਹੋ ਜਾਣ, ਮੈਂ ਉਹਨਾਂ ਦੇ ਖਿਲਾਫ ਕੋਈ ਕੰਮ ਨਾ ਕਰਾਂ। ਸਮੇਂ ਸਮੇਂ 'ਤੇ ਲੋਕ ਮਤ ਦੇ ਪ੍ਰਗਟਾਵੇ ਦੁਆਰਾ ਹੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹਿੰਦੇ ਨੇ ਅਤੇ ਸਰਕਾਰ 'ਤੇ ਕੰਟਰੋਲ ਕਰਦੇ ਨੇ। ਅਗਲਾ ਪੁਆਇੰਟ ਹੈ ਬੇਟਾ ਆਪਣਾ, ਲੋਕ ਮਤ ਸਰਕਾਰ ਦਾ ਮਾਰਗਦਰਸ਼ਕ ਹੈ। ਬਿਲਕੁਲ ਸਹੀ ਹੈ। ਲੋਕ ਮਤ ਸਰਕਾਰ ਨੂੰ ਰਸਤਾ ਦਿਖਾਉਂਦਾ ਹੈ, ਸਰਕਾਰ ਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਸਰਕਾਰ ਦੀਆਂ ਨੀਤੀਆਂ ਦਾ ਨਿਰਮਾਣ ਕਰਦੇ ਸਮੇਂ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਕੰਮ ਕਰਦੀ ਹੈ। ਲੋਕ ਮਤ ਨੂੰ ਅੱਖੋਂ ਓਹਲੇ ਕਰਕੇ ਤਿਆਰ ਕੀਤੀਆਂ ਨੀਤੀਆਂ ਅਤੇ ਲਏ ਗਏ ਫੈਸਲੇ ਕਦੇ ਵੀ ਹਰਮਨ ਪਿਆਰੇ ਨਹੀਂ ਹੋ ਸਕਦੇ, ਸਰਕਾਰ ਦੇ ਵਿਨਾਸ਼ ਦਾ ਕਾਰਨ ਬਣਦੇ ਨੇ। ਤਾਂ ਸਰਕਾਰ ਨੂੰ ਚਲਾਉਣ ਲਈ ਲੋਕ ਮਤ ਇੱਕ ਬਹੁਤ ਵੱਡੇ ਮਾਰਗਦਰਸ਼ਨ ਦਾ ਕੰਮ ਕਰਦਾ ਹੈ। ਅਗਲਾ ਬੇਟਾ, ਕਾਨੂੰਨ ਨਿਰਮਾਣ ਵਿੱਚ ਸਹਾਈ। ਬਿਲਕੁਲ, ਸਰਕਾਰ ਜੋ ਵੀ ਕਾਨੂੰਨ ਬਣਾਉਂਦੀ ਹੈ ਉਹ ਲੋਕਾਂ ਦੇ ਲਈ ਬਣਾਉਂਦੀ ਹੈ, ਲੋਕਾਂ ਦੀ ਭਲਾਈ ਲਈ ਬਣਾਉਂਦੀ ਹੈ, ਲੋਕਾਂ ਦੀ ਰਾਏ ਦੇ ਅਨੁਸਾਰ ਬਣਦੇ ਨੇ। ਸਰਕਾਰ ਕਾਨੂੰਨਾਂ ਦਾ ਨਿਰਮਾਣ ਕਰਦੇ ਸਮੇਂ ਲੋਕ ਮਤਾਂ ਨੂੰ ਆਧਾਰ ਬਣਾਉਂਦੀ ਹੈ। ਅਜਿਹਾ ਕਾਨੂੰਨ ਕਦੇ ਨਹੀਂ ਬਣਾਉਂਦੀ ਜਿਹੜਾ ਕਿ ਲੋਕ ਮਤ ਦੇ ਵਿਰੁੱਧ ਹੋਵੇ। ਲੋਕ ਮਤ ਅਨੁਸਾਰ ਬਣੇ ਕਾਨੂੰਨ ਦੀ ਲੋਕ ਪਾਲਣਾ ਵੀ ਠੀਕ ਕਰਦੇ ਹਨ, ਕਿਉਂਕਿ ਉਹ ਕਾਨੂੰਨ ਉਹਨਾਂ ਦੀ ਇੱਛਾ ਅਨੁਸਾਰ ਹੀ ਬਣੇ ਹੁੰਦੇ ਹਨ। ਤਾਂ ਅਜਿਹੇ ਕਾਨੂੰਨ ਲੋਕਤੰਤਰ ਵਿੱਚ ਬਹੁਤ ਸਹਾਈ ਹੁੰਦੇ ਨੇ। ਆ ਗਈ ਸਮਝ ਬੇਟਾ? ਅਸੀਂ 4 ਪੁਆਇੰਟ ਕੀਤੇ ਹੁਣ ਤੱਕ। ਲੋਕ ਮਤ ਸਰਕਾਰ ਦਾ ਆਧਾਰ ਹੁੰਦਾ ਹੈ। ਦੂਜਾ, ਲੋਕ ਮਤ ਸਰਕਾਰ 'ਤੇ ਕੰਟਰੋਲ ਕਰਦਾ ਹੈ। ਤੀਸਰਾ, ਲੋਕ ਮਤ ਸਰਕਾਰ ਦਾ ਮਾਰਗਦਰਸ਼ਕ ਹੈ। ਚੌਥਾ, ਕਾਨੂੰਨ ਦਾ ਨਿਰਮਾਣ ਕਰਨ ਵਿੱਚ ਸਹਾਈ ਹੈ। ਅਗਲਾ ਬੇਟਾ ਪੁਆਇੰਟ, ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਰਾਖੀ ਕਰਦਾ ਲੋਕ ਮਤ। ਬਹੁਤ ਵਧੀਆ ਪੁਆਇੰਟ ਹੈ ਬੇਟਾ ਇਹ। ਜਿਹੜਾ ਲੋਕ ਮਤ ਹੈ, ਲੋਕਤੰਤਰੀ ਸਰਕਾਰ ਵਿੱਚ ਲੋਕਾਂ ਨੂੰ ਕੁਝ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਹੁੰਦੀਆਂ ਹਨ। ਲੋਕ ਮਤ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਪਹਿਰੇਦਾਰ ਹੁੰਦਾ ਹੈ। ਉਹ ਸਰਕਾਰ ਨੂੰ ਕੋਈ ਅਜਿਹਾ ਕਾਰਜ ਕਰਨ ਨਹੀਂ ਦੇਵੇਗਾ ਜਿਹੜਾ ਕਿ ਉਹਨਾਂ ਦੇ ਅਧਿਕਾਰ ਅਤੇ ਉਹਨਾਂ ਦੀ ਆਜ਼ਾਦੀ ਨੂੰ ਕਿਸੇ ਰੂਪ ਵਿੱਚ ਸੀਮਿਤ ਕਰਦਾ ਹੋਵੇ। ਗੱਲ ਸਮਝ ਆ ਗਈ ਬੇਟਾ? ਸਰਕਾਰ ਨੂੰ ਸਮੇਂ ਸਮੇਂ 'ਤੇ ਸੁਚੇਤ ਕਰਨਾ, ਇਹ ਲੋਕ ਮਤ ਦੀ ਲੋਕਤੰਤਰ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਅਗਲਾ ਪੁਆਇੰਟ ਬੇਟਾ, ਲੋਕਾਂ ਦੀ ਮਨੋ ਦਸ਼ਾ ਦਾ ਬੈਰੋਮੀਟਰ। ਬਹੁਤ ਸੋਹਣਾ ਪੁਆਇੰਟ। ਲੋਕਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਲੋਕਾਂ ਦੇ ਮਨ 'ਚ ਸਰਕਾਰ ਪ੍ਰਤੀ ਕਿਸ ਤਰ੍ਹਾਂ ਦੇ ਵਿਚਾਰ ਨੇ, ਉਹਨਾਂ ਨੂੰ ਮਾਪਣ ਲਈ ਲੋਕ ਮਤ ਦਾ ਪ੍ਰਗਟਾਵਾ ਕਰਨਾ, ਉਹ ਸਮਝਣਾ, ਉਹਨੂੰ ਸੁਣਨਾ ਸਰਕਾਰ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਤੇ ਉੱਥੋਂ ਹੀ ਲੋਕਾਂ ਦੀ ਮਨੋਦਸ਼ਾ ਦਾ ਪਤਾ ਲੱਗ ਜਾਂਦਾ ਹੈ, ਲੋਕਾਂ ਦੇ ਮਨਾਂ ਵਿੱਚ ਸਰਕਾਰ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ। ਅਗਲਾ ਪੁਆਇੰਟ ਹੈ ਬੇਟਾ, ਨੀਤੀ ਨਿਰਮਾਣ ਵਿੱਚ ਸਹਾਈ। ਸਰਕਾਰ ਦੀਆਂ ਜਿੰਨੀਆਂ ਨੀਤੀਆਂ ਬਣਦੀਆਂ ਨੇ, ਜਿੰਨੇ ਕਾਨੂੰਨ ਬਣਦੇ ਨੇ, ਲੋਕ ਮਤ ਉਹਦੇ ਨਿਰਮਾਣ ਵਿੱਚ ਬਹੁਤ ਸਹਾਈ ਹੁੰਦਾ ਹੈ, ਬਹੁਤ ਫਰੂਟਫੁਲ ਰੋਲ ਅਦਾ ਕਰਦਾ ਹੈ। ਸਰਕਾਰ ਰਾਜ ਦੇ ਵਿਕਾਸ ਲਈ ਅਨੇਕਾਂ ਪ੍ਰਕਾਰ ਦੀਆਂ ਨੀਤੀਆਂ ਬਣਾਉਂਦੀ ਹੈ। ਲੋਕ ਨੀਤੀ ਨਿਰਮਾਣ ਵਿੱਚ ਸਰਕਾਰ ਦਾ ਮਾਰਗਦਰਸ਼ਨ ਕਰਦੇ ਨੇ। ਸਰਕਾਰ ਅਜਿਹੀਆਂ ਨੀਤੀਆਂ ਹੀ ਬਣਾਉਂਦੀ ਹੈ ਜੋ ਲੋਕ ਮਤਾਂ ਦੇ ਅਨੁਸਾਰ ਹੋਣ। ਸਰਕਾਰ ਨੀਤੀ ਨਿਰਮਾਣ ਤੋਂ ਪਹਿਲਾਂ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਦੇ ਮਤ ਦਾ ਪਤਾ ਕਰਦੀ ਹੈ, ਫਿਰ ਉਹਦੇ ਅਨੁਸਾਰ ਨੀਤੀ ਬਣਾਉਂਦੀ ਹੈ ਅਤੇ ਲੋਕਾਂ ਦੇ ਮਤ ਨੂੰ ਕਦੇ ਵੀ ਅੱਖੋਂ ਪਰੋਲਾ ਨਹੀਂ ਕਰਦੀ। ਲੋਕਤੰਤਰ ਦੀ ਸਫਲ ਸਰਕਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਤਾਂ ਲੋਕ ਮਤ ਨੀਤੀ ਨਿਰਮਾਣ ਵਿੱਚ ਬਹੁਤ ਵੱਡਾ ਸਹਾਇਕ ਹੈ। ਅਗਲਾ ਪੁਆਇੰਟ ਬੇਟਾ, ਸਰਕਾਰ ਦੀ ਹਰਮਨ ਪਿਆਰਤਾ ਦਾ ਸਬੂਤ। ਬਿਲਕੁਲ, ਸਰਕਾਰ ਕਿੰਨੀ ਕੁ ਪਾਪੂਲਰ ਹੈ, ਲੋਕਾਂ 'ਚ ਕਿੰਨਾ ਕੁ ਉਹਦਾ ਅਕਸ਼ ਵਧੀਆ ਹੈ, ਕਿੰਨਾ ਕੁ ਮਾੜਾ ਹੈ, ਇਹ ਲੋਕ ਮਤ ਹੀ ਦੱਸਦੇ ਨੇ। ਲੋਕ ਮਤ ਦੇ ਵੱਖ-ਵੱਖ ਪ੍ਰਗਟਾਉਣ ਦੇ ਢੰਗ ਨੇ, ਉਹਨਾਂ ਢੰਗਾਂ ਰਾਹੀਂ ਸਰਕਾਰ ਤੱਕ ਇਹ ਸਾਰੀ ਗੱਲ ਪਹੁੰਚ ਜਾਂਦੀ ਹੈ। ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਲੋਕ ਉਹਨਾਂ ਦੇ ਖਿਲਾਫ ਹੋਣ। ਜੇ ਲੋਕ ਉਹਨਾਂ ਦੇ ਖਿਲਾਫ ਹੁੰਦੇ ਨੇ, ਲੋਕਾਂ ਦਾ ਮਤ ਉਹਨਾਂ ਦੇ ਖਿਲਾਫ ਹੈ, ਤਾਂ ਸਰਕਾਰ ਦੀ ਹਰਮਨ ਪਿਆਰਤਾ ਘੱਟ ਜਾਂਦੀ ਹੈ। ਤਾਂ ਅਗਲੇ ਪਲਾਨ ਵਿੱਚ ਸਰਕਾਰ ਨੂੰ ਸੱਤਾ ਤੋਂ ਹੱਥ ਧੋਣਾ ਪੈ ਸਕਦਾ ਹੈ। ਤਾਂ ਲੋਕ ਮਤ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ, ਇੱਕ ਚੌਕੀਦਾਰ ਦਾ ਕੰਮ ਵੀ ਕਰਦਾ ਹੈ। ਸਰਕਾਰ ਨੂੰ ਹਰਮਨ ਪਿਆਰਤਾ, ਲੋਕਾਂ ਦੇ ਭਲਾਈ ਲਈ ਕੰਮ ਕਰਨ ਲਈ ਉਤਸ਼ਾਹਿਤ ਵੀ ਕਰਦਾ ਹੈ। ਅਗਲਾ ਪੁਆਇੰਟ ਹੀ ਆਪਣਾ ਇਹੀ ਹੈ ਬੇਟਾ, ਲੋਕ ਮਤ ਸਰਕਾਰ ਨੂੰ ਉਤਸ਼ਾਹਿਤ ਕਰਦੇ ਨੇ।
ਜੇ ਲੋਕਾਂ ਦਾ ਮਤ ਵਧੀਆ ਹੋਊ, ਸਰਕਾਰ ਪ੍ਰਤੀ ਸੋਚ ਵਧੀਆ ਹੋਊ, ਲੋਕ ਸਰਕਾਰ ਨੂੰ ਸਲਾਹੁਣਗੇ ਜਾਂ ਸਰਕਾਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਨਗੇ, ਸਰਕਾਰ ਦੇ ਗੁਣਗਾਨ ਆਪ ਕਰਨਗੇ, ਤਾਂ ਸਰਕਾਰ ਲੋਕਾਂ ਲਈ ਵਧੀਆ ਕੰਮ ਕਰੇਗੀ। ਤਾਂ ਅਗਲੇ ਸਾਲ ਅਗਲੇ ਪਲਾਨ ਫਿਰ ਲੋਕਾਂ ਲਈ ਕੰਮ ਕਰ ਆਵੇਗੀ। ਲੋਕ ਮਤ ਦੀ ਬਹੁਤ ਵੱਡੀ ਭੂਮਿਕਾ ਹੈ। ਇਹਦੇ ਨਾਲ ਨਾਲ ਅਗਲਾ ਪੁਆਇੰਟ ਹੈ ਬੇਟਾ, ਇਹ ਅੱਜ ਦਾ ਆਖਰੀ ਪੁਆਇੰਟ ਕਹਿ ਲਓ ਇਸ ਪੁਆਇੰਟ ਦਾ, ਭੂਮਿਕਾ ਦੇ ਵਿੱਚ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਸਹਾਈ ਹੈ। ਜੇ ਸਾਡੇ ਅੰਦਰ ਸਾਡੇ ਬਲਬਲੇ ਸਾਡੇ ਵਿਚਾਰ ਸਰਕਾਰ ਪ੍ਰਤੀ, ਸਮਾਜ ਪ੍ਰਤੀ ਸਾਰਥਕ ਹੋਣਗੇ, ਸਕਾਰਾਤਮਕ ਹੋਣਗੇ, ਤਾਂ ਜਿਹੜਾ ਸਾਡਾ ਸਮਾਜ ਹੈ ਉਹ ਸਿਹਤਮੰਦ, ਬਹੁਤ ਹੀ ਸਵਸਥ ਸਮਾਜ ਦਾ ਨਿਰਮਾਣ ਹੋਵੇਗਾ। ਕੋਈ ਵਹਿਮ ਭਰਮ ਨਹੀਂ ਹੋਵੇਗਾ, ਤਰਕ ਦੇ ਆਧਾਰ 'ਤੇ, ਵਿਵੇਕ ਦੇ ਆਧਾਰ 'ਤੇ ਗੱਲ ਹੋਵੇਗੀ। ਤਾਂ ਲੋਕ, ਜਿੱਥੇ ਸਮਾਜ ਸਿਹਤਮੰਦ ਹੈ ਉੱਥੇ ਲੋਕਤੰਤਰ ਨੂੰ ਕੋਈ ਖਤਰਾ ਨਹੀਂ। ਹੁਣ ਬੇਟਾ ਅਸੀਂ ਲੋਕਤੰਤਰ ਵਿੱਚ ਲੋਕਮਤ ਦੀ ਕੀ ਭੂਮਿਕਾ ਹੈ, ਤਾਂ ਇਹਦੇ ਸਿੱਟੇ 'ਤੇ ਨਿਕਲੇ ਹਾਂ ਕਿ ਲੋਕਤੰਤਰ ਵਿੱਚ ਲੋਕਮਤ ਦੀ ਬਹੁਤ ਵੱਡੀ ਭੂਮਿਕਾ ਹੈ, ਬਹੁਤ ਵਿਸ਼ੇਸ਼ ਮਹੱਤਵ ਹੈ। ਕੋਈ ਵੀ ਲੋਕਤੰਤਰ ਸ਼ਾਸਨ ਪ੍ਰਣਾਲੀ ਲੋਕਾਂ ਤੋਂ ਮੂੰਹ ਨਹੀਂ ਮੋੜ ਸਕਦੀ, ਲੋਕਾਂ ਦੀ ਬਿਨਾਂ ਪ੍ਰਵਾਹ ਕੀਤੇ ਸ਼ਾਸਨ ਨਹੀਂ ਕਰ ਸਕਦੀ। ਲੋਕ ਮਤ ਨੂੰ ਅੱਗੇ ਪ੍ਰਗਟ ਕਰਕੇ ਲੋਕਾਂ ਦੀ ਸਹਿਮਤਾ ਹੀ ਕੰਮ ਕਰ ਸਕਦੀ ਹੈ। ਤਾਂ ਅੱਜ ਦੇ ਲੈਸਨ ਵਿੱਚ ਬੇਟਾ ਇੰਨਾ ਹੀ। ਅਸੀਂ ਅੱਗੇ ਲੈਸਨ ਵਿੱਚ ਲੋਕ ਮਤ ਅਤੇ ਉਹਦੀ ਉਸਾਰੀ ਦੇ ਪ੍ਰਗਟ ਕਰਨ ਦੇ ਸਾਧਨ ਕੀ ਨੇ, ਕਿਹੜੀਆਂ ਏਜੰਸੀਆਂ ਨੇ ਇਹਦੇ ਵਿੱਚ ਕੰਮ ਕਰਦੀਆਂ, ਉਹ ਅਗਲੇ ਲੈਸਨ 'ਚ ਲੈ ਕੇ ਆਵਾਂਗੇ। ਨਾਲ ਹੀ ਇਸ ਨਾਲ ਸੰਬੰਧਿਤ ਪ੍ਰਸ਼ਨ ਨੇ ਜਿਹੜੇ ਉਹ ਤੁਹਾਨੂੰ ਅਗਲੇ ਲੈਸਨ ਵਿੱਚ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਹ ਲੈਸਨ ਪਸੰਦ ਆਵੇਗਾ। ਧੰਨਵਾਦ।